Jeeves Punjab News TV। मेरा नाम सर ऋतिक अरोड़ा जी। अज असी म्यूनसिपल कॉरपोरेशन तरनताਰਨ ਦੇ ਵਿੱਚ ਸਾਰੇ इकट्ठे ਹੋਏ ਸਾਰੇ शहर वासी 4-5 महीने हो गए परेशान हो रहे थे कि ਜਿਹੜੇ कि NOC ਤੇ ਜਿਹੜੇ ਨਕਸ਼ੇ ਉਹ ਨਹੀਂ ਪਾਸ ਕੀਤੇ ਜਾ ਰਹੇ ਸੀਗੇ। ਕਈਆਂ ਦੇ ਬਾਲਿਆਂ ਦੇ ਛੱਤਾਂ ਦੇ ਪੈਸੇ ਉਹ ਨਹੀਂ ਉਦੋਂ ਚੋਣ ਜਾਬਤੇ ਤੋਂ ਪਹਿਲਾਂ ਦੇ ਪਏ। ਸੋ ਸਾਰੇ ਜਿਹੜੇ ਸੀਗੇ ਇੱਥੇ ਸ਼ਹਿਰ ਦੇ ਮੋਹਦਵਾਰ ਜਿਨ੍ਹਾਂ ਦੇ ਕੰਮ ਹੋਣ ਵਾਲੇ ਸੀ ਉਹ ਅੱਜ ਸਾਰਿਆਂ ਨੇ ਸਾਨੂੰ ਬੇਨਤੀ ਕੀਤੀ ਵੀ ਮੈਡਮ ਬਹੁਤ ਤੰਗ ਕਰਦੇ ਨੇ, ਨਾ ਕੋਈ ਫੋਨ ਚੁੱਕਦੇ ਨੇ। ਸੋ ਇੱਥੇ ਪਹਿਲਾਂ ਜਿਹੜੇ ਵੀਰ ਮੇਰੇ ਪੱਤਰਕਾਰ ਆਏ ਸੀ ਉਹਨਾਂ ਨੇ ਬਾਈ ਰਿਕਾਰਡ ਵੀ ਕੀਤਾ। ਉਹ ਕਹਿੰਦੇ ਮੈਂ ਫੋਨ ਨਹੀਂ ਚੁੱਕ ਸਕਦੀ ਅਤੇ ਨਾ ਮੇਰੇ ਕੋਲ ਕੰਮ ਹੁੰਦੇ। ਇਸ ਤਰ੍ਹਾਂ ਪ੍ਰੈਸ਼ਰ ਦੇ ਵਿੱਚ ਦੱਸੋ ਕਿਹੜਾ ਪ੍ਰੈਸ਼ਰ ਹੈ ਜੀ? 4 ਮਹੀਨੇ ਹੋ ਗਏ ਆ ਤੁਹਾਨੂੰ ਕੰਮ ਕਹਿੰਦਿਆਂ ਨੂੰ, ਉਦੋਂ ਦਾ ਹਾਲੇ ਤੁਹਾਡੇ 'ਤੇ ਪ੍ਰੈਸ਼ਰ ਚੱਲਦਾ ਜਾ ਰਿਹਾ। ਜਿਹੜੇ ਲੋਕ ਇੰਨੇ ਪਰੇਸ਼ਾਨ ਹੋ ਰਹੇ, ਕਈਆਂ ਨੇ ਲੋਨ ਲੈਣੇ ਆ, ਠੀਕ ਹੈ ਨਾ, ਕਈਆਂ ਨੇ ਰਜਿਸਟਰੀਆਂ ਕਰਵਾਉਣੀਆਂ ਵਾ ਅਤੇ ਉਹ ਟਾਈਮ ਲੇਟ ਹੋ ਚੁੱਕਾ ਵਾ। ਸੋ ਅੱਜ ਅਸੀਂ ਸਾਰੇ ਇਕੱਤਰ ਹੋ ਕੇ ਮੈਡਮ ਨੂੰ ਪੁੱਛਣ ਆਏ ਸੀਗੇ ਅਤੇ ਉੱਤੋਂ ਜੀ ਸਾਡੇ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਹੋਏ ਗੱਡੀ 'ਚ ਬਹਿ ਕੇ ਚਲੇ ਗਏ। ਕੀ ਮੁਸ਼ਕਲਾਂ ਜਿਹੜੀਆਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਨੇ ਔਰ ਕਿਹੜੀ ਜਿਹੜੇ ਕੰਮ ਨੇ ਉਹਨਾਂ ਤੋਂ ਇਹ ਭੱਜ ਰਹੇ ਨੇ, ਕੀ ਕਹਿਣਾ? ਕੰਮ ਇਹੀ ਹੈ ਵੀ ਕਹਿੰਦੇ ਵੀ ਪੈਸੇ ਦਿਓ, ਸਾਨੂੰ ਰਿਸ਼ਵਤ ਦਿਓ ਅਤੇ ਸਾਡੇ ਕੋਲ ਜਿਹੜੀਆਂ ਵਾ ਜਿਹੜੀਆਂ ਨਕਸ਼ਾ ਵਾ ਅਤੇ ਜਿਹੜੇ ਕਿ NOC ਸਾਡੇ ਕੋਲ 2 ਮਿੰਟਾਂ ਪਾਸ ਕਰਾ ਲਓ। ਆਹ ਪਈਆਂ ਜੇ ਫਾਈਲਾਂ ਜੀ, ਇੱਥੇ ਫਾਈਲਾਂ ਪਈਆਂ। ਔਰ ਜਿਹੜੇ ਕਿ ਕਲਰਕ ਨੇ ਉਹਨਾਂ ਨੇ ਆਪਣਾ ਸਾਰਾ ਕੰਮ ਪੂਰਾ ਕਰ ਦਿੱਤਾ ਅਤੇ EO ਮੈਡਮ ਦੇ ਸਾਈਨ ਹੋਣੇ ਆ ਅਤੇ ਉਹੀ ਨਹੀਂ ਹੁੰਦੇ ਪਏ। ਉਹ ਕਹਿੰਦੇ ਮੇਰੇ ਕੋਲ ਸਿੱਧਾ ਬੰਦਾ ਆਵੇ ਅਤੇ ਇਹਨਾਂ ਨੂੰ ਰਿਸ਼ਵਤ ਦੇਵੇ ਅਤੇ ਆਪਣਾ ਕੰਮ ਕਰਾ ਕੇ ਉਸੇ ਵੇਲੇ ਲੈ ਜਾਵੇ। ਆਹ ਫਾਈਲਾਂ ਤੁਹਾਨੂੰ ਖੋਲ੍ਹ ਕੇ ਵਿਖਾ ਦਿੰਦੇ ਆ। ਉਹ ਕਹਿੰਦੇ ਵੀ ਸਿਰਫ EO ਮੈਡਮ ਦੇ ਸਾਈਨ ਹੋਣ ਵਾਲੇ ਆ, ਹੋਰ ਬਾਕੀ ਸਾਰਾ ਸਾਡੇ ਵੱਲੋਂ ਕੰਮ ਹੋਇਆ। ਵਰਿੰਦਰਪਾਲ ਤੇ ਨਰਿੰਦਰ ਸ਼ਰਮਾ ਦਾ ਨਾਮ ਵੀ ਵਿੱਚ ਆ ਰਿਹਾ ਹੈ। ਹਾਂਜੀ, ਨਹੀਂ ਸਰ ਦੇਖੋ ਜੀ, ਸਾਨੂੰ ਕੋਈ ਨਹੀਂ ਪਤਾ ਕਿਹਦਾ ਨਾਂ ਆ ਰਿਹਾ ਕਿਹਦਾ ਨਹੀਂ, ਇਹ ਡਿਪਾਰਟਮੈਂਟ ਨੇ ਵੇਖਣਾ। ਅਸੀਂ ਤਾਂ ਔਨਲਾਈਨ ਆਪਣਾ ਸਿਸਟਮ ਵੇਖਣਾ ਵੀ ਫਾਈਲਾਂ ਕਿਹਦੇ ਕੋਲ ਪਈਆਂ। 4 ਮਹੀਨੇ ਹੋ ਗਏ ਕਿ EO ਮੈਡਮ ਕੋਈ ਫਾਈਲਾਂ ਪਈਆਂ, ਉੱਧਰੋਂ ਕਲਰਕ ਵੱਲੋਂ ਸਾਰਾ ਕੰਮ ਡਨ ਹੋ ਚੁੱਕਾ। ਅਸੀਂ ਤਾਂ ਇਹਨਾਂ ਨੂੰ ਪੁੱਛਣਾ ਵੀ ਜਿਹੜਾ ਨਹੀਂ ਕੱਢੂਗਾ ਅਸੀਂ ਤੁਹਾਨੂੰ ਪੁੱਛਣਾ। ਵੇਖੋ ਜੀ, ਚੋਣ ਜਾਬਤਾ ਲੱਗਾ ਨਾ, ਹੁਣ ਇੱਥੇ ਕੋਈ ਨਗਰ ਕੌਂਸਲ ਦਾ ਪ੍ਰਧਾਨ ਹੈ ਜੋ ਕਿ ਹੁਣ ਪ੍ਰਸ਼ਾਸਨ SDM ਸਾਹਿਬ ਅਤੇ EO ਮੈਡਮ ਕੋਲ ਆ ਸਾਰੀਆਂ ਪਾਵਰਾਂ। ਅਸੀਂ ਇਹਨਾਂ ਨੂੰ ਹੀ ਪੁੱਛਦੇ ਹਾਂ ਵੀ ਦੱਸੋ ਵੀ ਅਸੀਂ ਤੁਹਾਨੂੰ ਪੁੱਛਣਾ ਵੀ ਕੀ ਕੰਮ ਹੋਏ ਅਤੇ ਕੀ ਨਹੀਂ। ਹੁਣ 4-4 5-5 ਮਹੀਨੇ ਹੋ ਗਏ ਲੋਕ ਖੱਜਲ ਖੁਆਰ ਹੋ ਰਹੇ ਆ। ਇੱਥੇ ਫਾਈਲਾਂ ਪਈਆਂ ਅਤੇ ਕਿਉਂ ਨਹੀਂ ਸਾਈਨ ਕਰਕੇ ਦਿੱਤੇ ਜਾ ਰਹੇ? ਕੀ ਮੁਸ਼ਕਿਲ ਆ ਰਹੀ ਹੈ? ਬਸ ਮੁਸ਼ਕਿਲ ਇਹੀ ਹੈ ਵੀ ਇਹਨਾਂ ਨੂੰ ਰਿਸ਼ਵਤ ਦਿਓ EO ਮੈਡਮ ਨੂੰ ਅਤੇ ਕੰਮ 2 ਮਿੰਟਾਂ 'ਚ ਕਰਾ ਕੇ ਲੈ ਜਾਓ। ਹਾਂਜੀ ਸਰ, ਕੀ ਨਾਮ ਜੀ ਆਪਣਾ? ਮੇਰਾ ਨਾਮ ਐਡਵੋਕੇਟ ਅਮਨਦੀਪ ਸੂਦ ਹੈ ਜੀ, ਤਰਨਤਾਰਨ ਤੋਂ। ਮੈਂ ਤਰਨਤਾਰਨ ਦਾ ਰਹਿਣ ਵਾਲਾ ਜੀ। ਕੀ ਮਾਮਲਾ ਸਾਹਮਣੇ ਆਇਆ ਜੀ? ਦੇਖੋ, ਇੱਥੇ ਅਸੀਂ ਕਾਫੀ ਟਾਈਮ ਤੋਂ ਅਪਰੋਚ ਕਰਦੇ ਪਏ ਹਾਂ ਰਿਗਾਰਡਿੰਗ ਲੋਕਾਂ ਦੀਆਂ NOCਆਂ ਨੂੰ ਲੈ ਕੇ, ਨਕਸ਼ਿਆਂ ਨੂੰ ਲੈ ਕੇ, ਟ੍ਰਾਂਸਫਰ ਆਫ ਪ੍ਰਾਪਰਟੀਜ਼ ਨੂੰ ਲੈ ਕੇ, ਮਿਊਟੇਸ਼ਨ ਨੂੰ ਲੈ ਕੇ। ਇਹਦੇ ਵਿੱਚ ਅਸੀਂ ਜਦੋਂ ਵੀ EO ਮੈਡਮ ਕੋਲ ਆਉਂਦੇ ਹਾਂ, ਮੈਡਮ ਕਹਿੰਦੇ ਕੰਮ ਹੋ ਜਾਊਗਾ, ਬਟ ਸਾਨੂੰ ਨਹੀਂ ਸਮਝ ਆਉਂਦੀ ਕੰਮ ਕਦੀ ਹੋਇਆ ਨਹੀਂ ਅੱਜ ਤੱਕ। ਇੱਕੋ ਜਿਹੜਾ 26/11 ਦਾ ਮਾਮਲਾ ਸੀ ਜਿਹੜਾ ਕਿ ਸ਼੍ਰੀ ਅਸ਼ਵਨੀ ਸ਼ਰਮਾ ਜੀ ਦਾ, ਉਹਦੇ ਵਾਸਤੇ ਅਸੀਂ 4 ਵਾਰੀ ਆ ਚੁੱਕੇ ਹਾਂ ਅਤੇ ਉਹ ਅੱਜ ਵੀ ਨਕਸ਼ਾ ਮੈਡਮ ਦੇ ਕੋਰਟ ਦੇ ਵਿੱਚੇ ਪਿਆ ਅਤੇ ਮੈਡਮ ਕੋਲ ਕੋਰਟ ਦੇ ਵਿੱਚੋਂ ਨਕਸ਼ਾ ਨਿਕਲਦਾ ਨਹੀਂ ਪਿਆ। ਉਹ ਕਿਉਂ ਨਹੀਂ ਨਿਕਲਦਾ ਪਿਆ ਸਾਨੂੰ ਨਹੀਂ ਸਮਝ ਆਉਂਦੀ। ਦੇਖੋ, ਲੋਕਾਂ ਦੇ ਨਕਸ਼ੇ ਨਾ ਨਿਕਲਣ ਨਾਲ ਮੁਸ਼ਕਿਲ ਕੀ ਆਉਂਦੀ ਪਈ ਹੈ? ਕਿਸੇ ਦੀਆਂ ਰਜਿਸਟਰੀਆਂ ਵਾ, ਕਿਸੇ ਦੇ ਲੋਨ ਨੇ, ਉਹ ਅਗਲਿਆਂ ਦਾ ਨੁਕਸਾਨ ਹੁੰਦਾ ਪਿਆ ਜੋ ਕਿ ਮੈਡਮ ਸਮਝਦੇ ਨੇ। ਜਦੋਂ ਮੈਡਮ ਨਾਲ ਗੱਲ ਕੀਤੀ ਜਾਂਦੀ ਪਈ ਹੈ ਅਤੇ ਮੈਡਮ ਉਦੋਂ ਮੈਡਮ ਕਹਿੰਦੇ ਆ ਜੀ ਕਿ ਮੇਰੇ 'ਤੇ ਫਾਈਲਾਂ ਪੁੱਟ ਅਪ ਨਹੀਂ ਹੋਈਆਂ। ਕੀ ਫਾਈਲਾਂ ਪੁੱਟ ਕਰਨਾ ਕੀ ਨਾਗਰਿਕਤਾ ਕੰਮ ਹੈ ਜਾਂ ਇਹਨਾਂ ਦੀ ਡੀਲਿੰਗ ਐਂਡ ਸੀਟਾਂ ਦਾ ਕੰਮ ਆ? ਕਿ ਜੇ ਡੀਲਿੰਗ ਐਂਡ ਸੀਟਾਂ ਦਾ ਕੰਮ ਹੈ ਤਾਂ ਕੀ ਮੈਡਮ ਆਪ ਰਾਤੀ ਨਹੀਂ ਪੁੱਛ ਸਕਦੇ ਕਿ ਮੈਨੂੰ ਕੀ ਡਾਕ ਆਈ ਹੈ ਕੀ ਨਹੀਂ ਆਈ ਹੈ? ਕੀ ਮੈਡਮ ਨੇ ਉੱਤੇ ਕਾਰਵਾਈ ਕੀਤੀ ਕਿ ਰਜਿਸਟਰ ਲਾਇਆ ਕਿ ਜਿਹੜੀ ਕੋਈ ਫਾਈਲ ਚੜ੍ਹੀ ਹੈ ਜਾਂ ਉਹਦਾ ਨੰਬਰ ਲੱਗਾ ਜਾਂ ਨਹੀਂ ਲੱਗਾ? ਜੇ ਨੰਬਰ ਨਹੀਂ ਲੱਗਾ ਤਾਂ ਇਹ ਫਾਈਲਾਂ ਕਿੱਥੇ ਗਈਆਂ? ਔਰ ਉਸ ਤੋਂ ਇਲਾਵਾ ਜੋ ਮੈਂ ਗੱਲ ਕਹਿਣਾ ਚਾਹਾਂਗਾ, ਮੈਡਮ ਜਿਹੜੇ ਨੇ ਹਰ ਗੱਲ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਦੇਖੋ ਜੀ, ਮੈਂ ਸਮਝਦਾ ਵਾਂ ਕਿ ਘਰ ਦੇ ਵਿੱਚ ਵੀ ਕੋਈ ਮੁਖੀ ਹੁੰਦਾ, EO ਦਾ ਕਮੇਟੀ ਦਾ ਮੁਖੀ EO ਆ, ਅਤੇ EO ਜੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਔਰ ਦੂਜੇ 'ਤੇ ਗੱਲ ਸੁੱਟਦੀ ਹੈ, ਕੀ ਉਹਨਾਂ ਨੇ ਦੂਜੇ ਜਿਨ੍ਹਾਂ ਦੇ ਉੱਤੇ ਵੀ ਗੱਲ ਸੁੱਟਦੇ ਨੇ ਕਿ ਉਹਨਾਂ 'ਤੇ ਕੀ ਕਾਰਵਾਈ ਕੀਤੀ ਗਈ? ਕੀ ਉਹਦੇ ਵਿੱਚ ਕਿਹੜੇ ਦਫ਼ਤਰ ਨੂੰ ਲਿਖ ਕੇ ਦਿੱਤਾ ਗਿਆ ਜੀ ਇਹ ਕੰਮ ਨਹੀਂ ਕਰਦੇ? ਅਤੇ ਜੇ ਮੈਂ ਸਮਝਦਾ ਜੇ ਕੰਮ ਕੋਈ ਲਟਕਾਏ ਜਾਂਦੇ ਨੇ ਉਹਦੇ ਵਿੱਚ ਕੁਝ ਹੋਰ ਇਨਵੋਲਵਡ ਹੁੰਦਾ, ਔਰ ਜਿਹੜਾ ਇਨਵੋਲਵ ਹੁੰਦਾ ਉਹਦੇ ਵਿੱਚ ਇਹ ਸ਼ਾਇਦ ਆਪਣੇ ਆਪ ਪਬਲਿਕ ਨੂੰ ਲਟਕਾ ਕੇ ਚਾਹੁੰਦੇ ਨੇ ਕਿ ਸਾਨੂੰ ਕੁਛ ਨਾ ਕੁਛ ਦੇ ਕੇ ਜਾਏਗੀ ਜਿਹੜਾ ਕਿ ਅਲਟੀਮੇਟਲੀ ਲੋਕਾਂ ਦਾ ਕੰਮ ਕਰ ਸਕਾਂਗੇ।
ਤੁਹਾਡੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਤੇ ਡੀਸੀ ਸਾਹਿਬ ਜੀ ਨੇ ਕੀ ਕਿਹਾ? ਡੀਸੀ ਸਾਹਿਬ ਕਹਿੰਦੇ ਆ ਜੀ ਕਿ ਮੈਂ ਇਸ ਲੇਡੀ ਨੂੰ ਕੁਝ ਨਹੀਂ ਕਹਿ ਸਕਦਾ, ਕਿਉਂਕਿ ਇਹ ਉਹ ਸਮਝਦੇ ਨੇ ਕਿ ਉਹ ਉਹਨਾਂ ਦੇ ਕਹਿਣ 'ਤੇ ਵੀ ਕੰਮ ਨਹੀਂ ਕਰਦੀ, ਜੋ ਮੈਂ ਪਰਸਨਲੀ ਗੱਲ ਮਹਿਸੂਸ ਕੀਤੀ। ਔਰ ਇਹ ਤਾਂ ਉਹ ਕਹਿੰਦੇ ਜੀ ਇਸ ਬਾਰੇ ਐਸਡੀਐਮ ਸਾਹਿਬ ਨਾਲ ਗੱਲ ਕਰੋ। ਮੈਂ ਐਸਡੀਐਮ ਸਾਹਿਬ ਨੂੰ ਫੋਨ ਕਰਦਾ, ਮੈਂ ਐਸਡੀਐਮ ਸਾਹਿਬ ਨੂੰ ਲਿਖਤੀ, ਉਹਨਾਂ ਨੇ ਸਾਰਿਆਂ ਨੇ ਰਲ ਕੇ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ। ਔਰ ਮੈਡਮ ਦੇਖਿਆ ਜਾਵੇ ਤਾਂ ਦਫ਼ਤਰ 'ਚੋਂ ਵਾਕ ਡਾਊਨ ਕਰ ਗਈ। ਕੀ ਉਹਦੀ ਮੈਡਮ ਦੀ ਗੈਰ ਹਾਜ਼ਰੀ ਨਹੀਂ ਲੱਗਣੀ ਚਾਹੀਦੀ ਅੱਜ ਦੀ? ਕਿ ਜੇ ਗੈਰ ਹਾਜ਼ਰੀ ਲੱਗਣੀ ਚਾਹੀਦੀ ਹੈ ਤਾਂ ਕੀ ਆਪਾਂ ਸਰਕਾਰ ਮੁਫਤ ਦੀ ਤਨਖਾਹਾਂ ਦੇਣ ਵਾਸਤੇ ਆ? ਕਿ ਅਸੀਂ ਇਲੈਕਸ਼ਨ ਕਮਿਸ਼ਨ ਦਾ ਬਹਾਨਾ ਬਣਾ ਕੇ ਕਿ ਅੱਜ ਇਲੈਕਸ਼ਨ ਦੀ ਕਹਦੇ ਆ ਜੀ ਕਿ ਇਲੈਕਸ਼ਨ ਡਿਊਟੀਆਂ ਲੱਗੀਆਂ, ਕਿ ਇਲੈਕਸ਼ਨ ਦਾ ਬਹਾਨਾ ਮਾਰ ਕੇ ਅਸੀਂ ਕੀ ਲੋਕਾਂ ਦੇ ਕੰਮ ਨਹੀਂ ਕਰਾਂਗੇ? ਕਿ ਈ ਗਵਰਨੈਂਸ ਦੇ ਵਿੱਚ ਕੋਈ ਟਾਈਮ ਮਿਥਿਆ ਗਿਆ ਕਿ ਜੇ ਇੰਨੇ ਟਾਈਮ 'ਚ ਕੰਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਕਿ ਈ ਗਵਰਨੈਂਸ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਜਾਂ ਨਹੀਂ ਉਡਾਈਆਂ ਜਾ ਰਹੀਆਂ? ਇਹ ਤਾਂ ਮੈਂ ਸੋਚਦਾ ਹਾਂ ਕਿ ਜੀ ਉੱਪਰ ਬੈਠੇ ਬੰਦੇ ਵੀ ਅੱਖਾਂ ਮੀਟ ਕੇ ਬੈਠੇ ਆ, ਕਿਉਂਕਿ ਈ ਗਵਰਨੈਂਸ ਦੀ ਰਿਪੋਰਟ ਉੱਪਰ ਲੈਵਲ ਤੇ ਵੀ ਉਸੇ ਵੇਲੇ ਬਲਿੰਕ ਹੁੰਦੀ ਆ ਤੇ ਉੱਪਰ ਵੀ ਧੱਜੀਆਂ ਉੱਡਦੀਆਂ ਪਈਆਂ। ਮੈਨੂਅਲ ਕੰਮ ਦੇ ਵਿੱਚ ਜਿਹੜੀ ਕਹਾਣੀ ਹੈ ਕਿ ਜਿਹੜੀਆਂ ਪ੍ਰਾਪਰਟੀਆਂ ਟਰਾਂਸਫਰ ਹੈ ਜਾਂ ਲੋਕਾਂ ਦੇ ਨਾਮ ਜਿਹੜੇ ਕੋਈ ਮਰ ਗਏ ਉਹਨਾਂ ਦੀ ਵਿਰਾਸਤਾਂ ਚੜ੍ਹਨੀਆਂ, ਉਹ ਚੜ੍ਹਾਉਣ ਵਾਸਤੇ ਵੀ ਲੋਕਾਂ ਕੋਲ ਇਨਡਾਇਰੈਕਟਲੀ ਪੈਸੇ ਮੰਗੇ ਜਾਂਦੇ ਪਏ ਨੇ। ਇੱਥੇ ਲੋਕਾਂ ਕੋਲੋਂ ਮੈਂ ਸਮਝ ਕਿ ਜੀ ਪਾਣੀ ਦੇ ਬਿੱਲ, ਸੀਵਰੇਜ ਦੇ ਬਿੱਲਾਂ ਦੇ ਵਿੱਚ ਵੀ ਪੈਸੇ ਲਿੱਤੇ ਜਾਂਦੇ ਨੇ। ਤੇ ਇਹ ਤਾਂ ਬੜੀ ਸ਼ਰਮ ਦੀ ਘਟਨਾ ਵਾ ਜੋ ਤਰਨਤਾਰਨ ਵਾਸਤੇ ਹੁੰਦੀ ਪਈ ਆ। ਈਵਨ ਐਮਐਲਏ ਸਾਹਿਬ ਤਰਨਤਾਰਨ ਵੀ ਇਹਨਾਂ ਨੂੰ ਸਮਝਾ ਕੇ ਔਰ ਇਹਨਾਂ ਨੂੰ ਬਦਲਾ ਕੇ ਥੱਕ ਗਏ ਨੇ। ਇਹ ਤਾਂ ਮੈਂ ਸਮਝਦਾ ਮੈਂ ਕਿ ਇਹ ਲੋਕਾਂ ਕੋਲੋਂ ਹੀ ਦਰੁਸਤ ਆਉਣ ਵਾਲੀ ਗੱਲ ਹੈ। ਇਹ ਇਕੱਲਾ ਕੋਈ ਸਮਾਜ ਨੂੰ ਬਦਲ ਨਹੀਂ ਸਕਦਾ, ਤੇ ਜੇ ਸਮਾਜ ਨੂੰ ਬਦਲਣਾ ਵਾ ਤਾਂ ਸਾਡੇ ਵਰਗੇ ਚੰਗੇ ਲੋਕਾਂ ਨੇ ਆ ਕੇ ਬਦਲਣਾ ਵਾ, ਤੇ ਕਿਸੇ ਹੋਰ ਨੇ ਇਹਨਾਂ ਦੇ ਬਾਰੇ ਇਹਨਾਂ ਨੇ ਤਾਂ ਕਿਸੇ ਤੋਂ ਨਹੀਂ ਸੁਧਰਨਾ। ਸ਼ਾਇਦ ਕੋਈ ਇਨਕਲਾਬ ਹੀ ਆਊਗਾ ਤਾਂ ਸੁਧਰਨਗੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੇ? ਕਿਸ ਤਰ੍ਹਾਂ ਦੀ ਮੈਂ ਸਮਝਦਾ ਪ੍ਰਸ਼ਾਸਨ ਵੀ ਗਹਿਰੀ ਨੀਂਦ ਸੁੱਤਾ ਹੋਇਆ, ਕਿਉਂਕਿ ਪ੍ਰਸ਼ਾਸਨ ਦੇ ਵਿੱਚ ਇੱਕ ਕੰਪਲੇਂਟ ਨਹੀਂ ਗਈ। ਸਾਰਾ ਮਹਿਕਮਾ ਵੀ ਮੈਡਮ ਦੇ ਖਿਲਾਫ ਲਿਖ ਕੇ ਦੇ ਕੇ ਆਇਆ। ਮੈਡਮ ਕੋਲ ਵੀ ਕਈ ਕੰਪਲੇਂਟਾਂ ਥੱਲੇ ਇੰਪਲੋਈਜ਼ ਦੇ ਖਿਲਾਫ ਆਈਆਂ। ਮੈਂ ਨਹੀਂ ਸਮਝਦਾ ਉੱਤੇ ਕੋਈ ਕਾਰਵਾਈ ਹੋਈ। ਅੱਜ ਤੱਕ ਸਿਰਫ ਸ਼ੋ ਕਾਜ਼ ਨੋਟਿਸ ਹੀ ਸਰਵ ਹੋਏ ਆ, ਕਿਸੇ ਦੇ ਕੋਈ ਕਾਰਵਾਈ ਨਹੀਂ ਹੈ। ਸਰ ਕੀ ਮੰਨਦੇ ਜੇ ਮੈਡਮ ਜਿਹੜੀਆਂ ਫਾਈਲਾਂ ਕੰਪਲੀਟ ਨਹੀਂ ਕਰਦੇ ਪਏ, ਕਾਰਨ ਕੀ ਹੈ? ਦੇਖੋ ਜੀ, ਕਾਰਨ ਸਾਨੂੰ ਤਾਂ ਸਮਝ ਨਹੀਂ ਆਇਆ ਜੀ ਕਾਰਨ ਕੀ ਹੈ, ਕਿਉਂਕਿ ਕਾਰਨ ਫਾਈਲਾਂ ਤਾਂ ਅੱਜ ਵੀ ਉਹੀ ਹੈ, ਕੱਲ੍ਹ ਵੀ ਉਹੀ ਹੈ। ਦੇਣਾ ਕੀ ਹੈ? ਕਿਸੇ ਨੇ ਇੱਕ ਰਜਿਸਟਰੀ ਦੀ ਕਾਪੀ ਦੇਣੀ ਹੈ ਨਾਲ ਡੈਥ ਸਰਟੀਫਿਕੇਟ ਦੇਣਾ ਜੇ ਕਿਸੇ ਦੇ ਕੇਸ 'ਚ ਵਿਰਾਸਤ ਚੜ੍ਹਨੀ ਹੈ। ਤੇ ਉਹਦੇ 'ਚ ਬਾਕੀ ਕੀ ਰਹਿ ਗਿਆ? ਬਾਕੀ ਤਾਂ ਚੰਨੀ ਸਰਕਾਰ ਜੀ ਨੇ ਮਾਫ ਕਰ ਹੀ ਦਿੱਤਾ ਪਾਣੀ ਤੇ ਸੀਵਰੇਜ ਦੇ ਬਿੱਲ ਸਤੰਬਰ ਤੱਕ। ਉਹਦੇ ਵਿੱਚ ਰਹਿ ਕੀ ਗਿਆ ਕਰਾਉਣ ਵਾਸਤੇ? ਰਹਿ ਗਿਆ ਪ੍ਰਾਪਰਟੀ ਟੈਕਸ ਦੀ ਰਸੀਦ ਆਨਲਾਈਨ ਕੱਟੀ ਜਾਂਦੀ, ਉਹ ਚੈੱਕ ਕਰਨਾ ਕਿਹੜਾ ਕੋਈ ਔਖੀ ਗੱਲ ਹੈ? ਠੀਕ ਹੈ ਜੀ। ਤੇ ਮੈਂ ਤਾਂ ਸਮਝਦਾ ਵਾਂ ਉਹਦੇ ਵਿੱਚ ਸਿਰਫ ਖਰਾਬ ਕਰਨਾ ਇੱਕ ਸਿਸਟਮ ਹੈ। ਖਰਾਬ ਕਰਕੇ ਜੇ ਸ਼ਾਇਦ ਬੰਦੇ ਦੀ ਜੇਬ, ਬੰਦਾ ਕਹਿੰਦਾ ਜਦੋਂ ਜ਼ਿਆਦੀ ਵਾਰ ਆਊਗਾ ਤਾਂ ਸ਼ਾਇਦ ਬੰਦਾ ਕਵੇ ਹੱਥ ਜੋੜ ਕੇ ਮੇਰੇ ਕੋਲ ਜੋ ਬੰਦਾ ਲੈ ਲਓ ਤੇ ਮੇਰਾ ਕੰਮ ਕਰ ਦਿਓ ਜੀ। ਜਵਾਬ ਦੇਣ ਤੋਂ ਬਜਾਏ ਭੱਜ ਜਾਣਾ, ਇਹ ਗੱਲ ਠੀਕ ਹੈ ਈਓ ਮੈਡਮ? ਮੈਂ ਤਾਂ ਸਮਝਦਾ ਜੀ ਕਿ ਜੇ ਅੱਜ ਤੱਕ ਜਦੋਂ ਵੀ ਅਸੀਂ ਆਏ ਹਾਂ ਮੈਡਮ ਹਮੇਸ਼ਾ ਰੋਂਦੇ ਭੱਜੇ ਹੀ ਹੈ। ਔਰ ਰੋਂਦੇ ਕਿਉਂ ਭੱਜੇ ਆ? ਕਿਉਂਕਿ ਅਲਟੀਮੇਟਲੀ ਉਹ ਕੰਮ ਨਹੀਂ ਕਰਨਾ ਚਾਹੁੰਦੇ, ਉਹ ਸਿਰਫ ਰੋ ਕੇ ਆਪਣੀ ਬੇਗੁਨਾਹੀ ਸਾਬਤ ਕਰਨਾ ਚਾਹੁੰਦੇ। ਕੀ ਭਾਜੀ ਇਹ ਸਾਰਾ ਮਸਲਾ? ਕਿਹੜਾ ਮਸਲਾ ਜੀ? ਈਓ ਸਾਹਿਬ ਦੇ ਭੱਜਣ ਦਾ। ਈਓ ਸਾਹਿਬ ਭੱਜੇ ਨਹੀਂ ਆ, ਉਹ ਕਹਿੰਦੇ ਸੀ ਵੀ ਮੈਨੂੰ ਹਰਾਸਮੈਂਟ ਹੋ ਰਹੀ ਹੈ ਤੇ ਮੈਂ ਡੀਸੀ ਸਾਹਿਬ ਕੋਲ ਚੱਲੀ ਹਾਂ। ਕਿਸ ਗੱਲ ਦੀ ਹਰਾਸਮੈਂਟ ਹੋ ਰਹੀ ਹੈ? ਕੁਛ ਪੈਂਡਿੰਗ ਕੰਮ ਹੀ ਨਰਿੰਦਰ ਕੁਮਾਰ ਲੱਕੀ ਹੀ ਜਿਹੜਾ ਉਹਦੇ ਟਾਈਮ ਦੇ ਕੋਈ ਪੈਂਡਿੰਗ ਸੀਗੀਆਂ ਫਾਈਲਾਂ, ਕੁਛ ਐਨਓਸੀ। ਉਹ ਐਨਓਸੀ ਹੁਣ ਮੈਡਮ ਨੇ ਕੁਛ ਕਰ ਵੀ ਦਿੱਤੀਆਂ ਵਾ ਤੇ ਫਾਈਲਾਂ ਵੀ ਕੰਪਲੀਟ ਈਓ ਸਾਹਿਬ ਦੇ ਟੇਬਲ ਤੇ ਪਈਆਂ। ਉਹਨਾਂ ਡਾਕ ਕੱਢਣੀ ਸੀ ਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਆਉਣ ਕਰਕੇ ਉਹ ਕਹਿੰਦੇ ਵੀ ਇਹ ਪ੍ਰੈਸ਼ਰਾਈਡ ਹੋਣ ਡੀ ਆ। ਮੈਂ 4 ਵਜੇ ਦਾ ਟਾਈਮ ਦਿੱਤਾ ਸੀ ਵੀ 4 ਵਜੇ ਕੱਢ ਦੂੰਗੀ। ਇਹ ਤੋਂ ਬਾਅਦ ਉਹ ਜਦੋਂ ਸਾਰੇ ਇਕੱਠੇ ਹੋ ਕੇ ਆ ਗਏ, ਉਹ ਲਿਟਰੇਟ ਹੋ ਗਏ ਤੇ ਵਾਪਸ ਚਲੇ ਗਏ। ਡੀਸੀ ਸਾਹਿਬ ਕੋਲ ਵੀ ਚਲੇ ਗਿਆ। ਦੇਖੋ ਜੀ, ਭੱਜਣ ਦਾ ਕਿੰਨਲ ਦੀ ਕੋਈ ਮਤਲਬ ਨਹੀਂ ਬਣਦਾ ਜੋ ਆਪਣਾ ਪੱਖ ਦਿੰਦੇ ਮੀਡੀਆ ਨੂੰ। ਵੇਖੋ ਇਹ ਤੇ ਉਹਨਾਂ ਤੇ ਵੇਖੋ ਝੂਠੇ ਸੱਚੇ ਵਾਲੀ ਗੱਲ ਨਹੀਂ ਆ। ਇਹ ਤੇ ਉਹਨਾਂ ਤੇ ਆਪਣਾ ਡਿਪੈਂਡ ਆ। ਉਹ ਇੱਥੇ ਬਹਿ ਕੇ ਸਾਰੀ ਗੱਲ ਕਰਦੇ। ਤੁਹਾਨੂੰ ਪਤਾ ਵਾ ਸਾਰਿਆਂ ਨੂੰ ਵੀ 20 ਤਰੀਕ ਤੱਕ ਇਲੈਕਸ਼ਨ ਡਿਊਟੀ ਸੀ ਸਾਰੇ ਮੁਲਾਜ਼ਮਾਂ ਦੀ, ਉਹਨਾਂ ਦੀ ਵੀ ਡਿਊਟੀ ਸੀ। ਉਹ ਹੁਣ ਅੱਜ ਥੋੜਾ ਫ੍ਰੀ ਹੋ ਕੇ ਆਏ, ਉਹਨਾਂ ਦੀ ਰਈਏ ਵੀ ਡਿਊਟੀ ਸੀ, ਬਾਬੇ ਬਕਾਲੇ ਵੀ ਡਿਊਟੀ ਸੀ। ਉੱਧਰੋਂ ਫ੍ਰੀ ਹੋ ਗਏ ਉਹ ਅੱਜ ਹੀ ਆਏ ਆ ਤੇ ਅੱਜ ਉਹ ਕਹਿੰਦੇ ਸੀ ਮੈਂ ਡਾਕ ਕੱਢ ਦੂੰਗੇ। ਇਹ ਥੋੜਾ ਪ੍ਰੈਸ਼ਰ ਪੈਣ ਕਰਕੇ ਉਹ ਥੋੜਾ ਇਰੀਟੇਟ ਹੋਣ ਕਰਕੇ ਉਹ ਚਲ ਗਏ। ਪਬਲਿਕ ਕਹਿ ਰਹੀ ਹੈ ਕਿ ਜਿਹੜਾ ਰਿਸ਼ਵਤ ਦੇ ਦਿੰਦਾ ਉਹਨਾਂ ਦੀ ਫਾਈਲ ਤੇ ਸਾਈਨ ਕਰ ਦਿੰਦੇ ਨੇ ਈਓ ਮੈਡਮ, ਤੇ ਜਿਹੜਾ ਨਹੀਂ ਦਿੰਦਾ ਤੇ ਉਹ ਫਾਈਲਾਂ ਉਸੇ ਤਰ੍ਹਾਂ ਪਈਆਂ ਰਹਿੰਦੀਆਂ ਨੇ। ਨਹੀਂ, ਰਿਸ਼ਵਤ ਵਾਲੀ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ, ਕਿਉਂਕਿ ਨਾ ਕੋਈ ਰਿਸ਼ਵਤ ਅੱਜ ਕੱਲ੍ਹ ਦਿੰਦਾ ਕੋਈ ਤੇ ਨਾ ਲੈਂਦਾ ਹੀ ਆ। ਕਿਉਂਕਿ ਤੁਹਾਨੂੰ ਪਤਾ ਵੋਟਾਂ ਦਾ ਦੌਰ ਚੱਲ ਰਿਹਾ, ਇਹੋ ਜਿਹੀ ਕੋਈ ਗੱਲ ਨਹੀਂ। ਇਲਜ਼ਾਮ ਤੇ ਆਪਾਂ ਕਿਸੇ ਤੇ ਵੀ ਲਾ ਸਕਦੇ ਹਾਂ।